हाँ जी, सत श्री अकाल। की हाल चाल है सारिਆਂ ਦਾ। ਅੱਜ ਦਾ ਲੈਕਚਰ ਕਰਦੇ ਹਾਂ ਸ਼ੁਰੂ। ਪਿਛਲੇ ਲੈਕਚਰ ਦੇ ਵਿੱਚ ਨਾ ਆਪਾਂ ਕੋਲਾਈਡ ਕੀਤੇ ਸੀਗੇ ਮਲਟੀ ਮੋਲੀਕੂਲਰ, ਮੈਕਰੋ ਮੋਲੀਕੂਲਰ ਤੇ ਐਸੋਸੀਏਟਿਵ ਡਿਟੇਲ 'ਚ ਦੱਸਿਆ ਸੀ ਕਿ ਉਹਦੇ 'ਚ ਕਿੱਦਾਂ ਐਗਰੀਗੇਟ ਕਰਦੇ ਆ, ਕਿੱਦਾਂ ਮਿਸਲ ਬਣਦਾ ਹੈ। ਹੋਪ ਕਿ ਤੁਹਾਨੂੰ ਸਾਰਿਆਂ ਨੂੰ ਪ੍ਰੋਪਰਲੀ ਸਮਝ ਆ ਗਿਆ। ਉਸ ਤੋਂ ਅੱਗੇ ਅੱਜ ਦਾ ਟੌਪਿਕ ਸ਼ੁਰੂ ਕਰਦੇ ਹਾਂ। ਟੂ ਮੱਚ ਇੰਪੋਰਟੈਂਟ ਹੈ। ਰਫਲੀ ਤੁਹਾਨੂੰ ਕੱਲ੍ਹ ਦੱਸਤਾ ਸੀਗਾ, ਉਹਦੇ 'ਚ ਥੋੜ੍ਹਾ ਜਿਹਾ ਹੁਣ ਐਡ ਕਰ ਲਓ ਅੱਗੇ। ਬੁਕਿਸ਼ ਲੈਂਗੁਏਜ ਲਗਾ ਲਓ ਜਾਂ ਕਿੱਦਾਂ ਐਗਜ਼ਾਮ 'ਚ ਆ ਗਿਆ ਤਾਂ ਕਿੱਦਾਂ ਹੈਂਡਲ ਕਰਨਾ। 7 ਸਟਾਰ ਬਣਾ ਲਓ। ਕਲੀਨਜ਼ਿੰਗ ਐਕਸ਼ਨ ਆਫ ਸੋਪ ਟੂ ਮੱਚ ਇੰਪੋਰਟੈਂਟ ਹੈ। ਕਲੀਨਜ਼ਿੰਗ ਐਕਸ਼ਨ ਆਫ ਸੋਪ ਦੇ ਵਿੱਚ ਕੀ ਹੁੰਦਾ ਹੈ, ਸੋਪ ਦਾ ਜਿਹੜਾ ਜਨਰਲ ਫਾਰਮੂਲਾ ਹੁੰਦਾ ਹੈ, ਮੈਂ ਇੱਕ ਐਗਜ਼ਾਮਪਲ ਲੈ ਲੈਂਦਾ। ਸੋਡੀਅਮ ਸਾਲਟ ਹੁੰਦੇ ਨੇ, ਸੋਡੀਅਮ ਸਿਟਰੇਟ ਲਾ ਲਓ, ਸੋਡੀਅਮ ਸਾਲਟ ਆਫ ਫੈਟੀ ਐਸਿਡਸ ਲਾ ਲਓ, ਲੌਂਗ ਚੇਨ ਹੁੰਦੇ ਨੇ। ਲੈਟ ਸੋਪ ਦਾ ਜਿਹੜਾ ਫਾਰਮੂਲਾ C17H35COONA, ਸੋਡੀਅਮ ਸਾਲਟ ਆਫ ਫੈਟੀ ਐਸਿਡਸ ਨੇ। ਇਹ ਜਦੋਂ ਸਪਲਿਟ ਹੋ ਜਾਂਦਾ ਤਾਂ ਕੀ ਦਿੰਦਾ ਹੈ, C17 C30H35 COO ਨੈਗੇਟਿਵ ਪਲੱਸ Na ਪੋਜ਼ਿਟਿਵ। ਸਹੀ ਬਣੇ 'ਚ ਇੱਕੋ ਹੀ ਪਾਰਟ ਹੁੰਦਾ, ਸਪਲਿਟ ਹੋਣ ਤੋਂ ਬਾਅਦ ਇਹ ਬਣ ਜਾਂਦਾ। ਹੁਣ ਇਹਨੂੰ ਮੈਂ ਲਿਖਣ ਦਾ ਢੰਗ ਕੀ ਹੈ, ਮੈਂ ਚੇਨ ਨੂੰ ਇੱਦਾਂ ਮੈਂਸ਼ਨ ਕਰ ਸਕਦਾ ਹੁੰਦਾ, ਕਿਉਂਕਿ ਮੈਂ +1 ਤੁਹਾਨੂੰ ਦੱਸਿਆ ਸੀਗਾ ਕਿ ਹਰ ਇੱਕ ਬੈਂਡ ਜਿਹੜਾ ਹੈਗਾ ਉੱਪਰ ਨੀਚੇ ਸਾਰਾ ਕਾਰਬਨ ਰਿਪਰੈਜ਼ੈਂਟ ਕਰਦਾ। ਤਾਂ ਸੋਪ ਦੇ ਵਿੱਚ ਦੋ ਟਾਈਪ ਹੁੰਦੇ ਨੇ, ਦੋ ਪਾਰਟ ਹੁੰਦੇ ਨੇ। ਇੱਕ ਹੁੰਦਾ ਲੌਂਗ ਚੇਨ, ਲੌਂਗ ਕਾਰਬਨ ਚੇਨ 35 ਤੱਕ। ਇਹਨੂੰ ਨੌਨ ਪੋਲਰ ਟੇਲ ਕਹਿੰਦੇ ਨੇ, ਨੌਨ ਪੋਲਰ ਟੇਲ ਜਾਂ ਹਾਈਡਰੋਫੋਬਿਕ ਪਾਰਟ ਆਫ ਸੋਪ। ਦੂਸਰੀ ਤਰਫ ਜਿਹੜਾ ਪੋਲਰ ਪਾਰਟ ਹੈ, ਸਹੀ ਮਨੇ 'ਚੋਂ ਹੈ ਕੀ ਹੈ, ਆਹ ਵਾਲਾ ਹੀ ਹੈ। ਠੀਕ ਹੈ, ਸਪਲਿਟ ਹੋ ਕੇ ਆ ਬਣ ਜਾਂਦਾ COO ਨੈਗੇਟਿਵ, ਨਾਲ ਡਾਟ Na ਪੋਜ਼ਿਟਿਵ ਲਿਖ ਲਓ ਜਾਂ ਪਲੱਸ Na ਪੋਜ਼ਿਟਿਵ ਲਿਖ ਲਓ ਪਲੱਸ ਪਾ ਕੇ। ਇਹਨੂੰ ਪੋਲਰ ਹੈੱਡ ਕਹਿੰਦੇ ਨੇ, ਇਹਨੂੰ ਲਿਓਫਿਲਿਕ ਜਾਂ ਹਾਈਡਰੋਫਿਲਿਕ ਪਾਰਟ ਵੀ ਕਹਿੰਦੇ ਨੇ। ਠੀਕ ਹੈ ਜੀ, ਇੰਨੀ ਸਮਝ ਆ ਗਈ। ਤਾਂ ਆਪਾਂ ਇਹਦੇ 'ਚ ਲਿਖਾਂਗੇ ਸੋਪ ਹੈਜ਼ ਟੂ ਪਾਰਟ, ਵਨ ਇਜ਼ ਲਿਓਫੋਬਿਕ ਆਲਸੋ ਨੋਨ ਐਜ਼ ਹਾਈਡਰੋਫੋਬਿਕ, ਅਨਦਰ ਇਜ਼ ਪੋਲਰ ਪਾਰਟ ਨੋਨ ਐਜ਼ ਪੋਲਰ ਹੈਡ, ਹਾਈਡਰੋਫਿਲਿਕ ਜਾਂ ਲਿਓਫਿਲਿਕ। ਠੀਕ ਹੈ ਜੀ। ਹਾਈਡਰੋਫੋਬਿਕ ਪਾਰਟ ਜਿਹੜਾ ਨੌਨ ਪੋਲਰ ਟੇਲ ਜਿਹੜੀ ਹੈਗੀ ਹੈ ਇਜ਼ ਸੋਲੂਬਲ ਇਨ ਨੌਨ ਪੋਲਰ solvent, not soluble in water but soluble in oil or grease, while polar part soluble in polar follow the phenomena of like dissolve like, ਜੋ ਪਹਿਲਾਂ ਤੁਹਾਨੂੰ ਸੋਲੂਸ਼ਨ 'ਚ ਦੱਸਿਆ ਹੋਇਆ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਲਿਖੋਗੇ cloth also contain two type of impurities, one is liophiलिc, another is liophobic. liophobic ਜਿਹੜੀਆਂ impurities are due to the presence of dust particle in fat or grease which stick to the cloth. When we dip dirty cloth in soap solution, liophobic impurity of the cloth form micelle with the liophobic part of the soap, and liophiलिc form micelle with the liophiलिc part of the soap solution. In this way there are number of micelles of liophiलिc as well as liophobic micelles, ब्रैकेट 'ਚ ਲਿਖ ਸਕਦੇ ਹੋ, are form। ਤਾਂ ਇੱਕ ਤੁਸੀਂ ਮਿਸਲ ਬਣਾ ਕੇ ਦਿਖਾ ਦੋਗੇ। ਵਨ ਐਗਜ਼ਾਮਪਲ ਉਹਦੀ ਆ ਸੀ, ਲੈਟ ਇੱਥੇ ਕੋਈ ਡਰਟ ਦਾ ਜਾਂ ਕਲੋਥ ਦਾ ਜਾਂ ਗਰੀਸ ਪਾਰਟ ਜਿਹੜਾ ਹੈਗਾ ਉਹਦੇ ਅਰਾਊਂਡ ਕਾਰਬਨ ਚੇਨ ਲੱਗ ਗਈ, ਫਿਰ ਆ ਪੋਲਰ ਪਾਰਟ ਆ ਗਿਆ ਆਪਣਾ, ਇਹਨੂੰ ਇੱਕ ਮਿਸਲ ਬਣਾਤਾ ਮੈਂ, ਲੈਟ ਹੈ ਨਾ। ਇਹਦੇ ਚਾਰੋਂ ਤਰਫ ਕੰਬਾਈਨ ਹੋ ਗਏ ਆਪਣਾ ਸੋਪ ਦਾ ਸੋਲੂਸ਼ਨ। ਇਹ ਨੌਨ ਪੋਲਰ ਮਿਸਲ ਹੈ। ਇੱਦਾਂ ਹੀ ਪੋਲਰ ਮਿਸਲ ਹੋ ਜਾਏਗੀ, ਜ਼ਿਆਦਾ ਸ਼ੋਅ ਕਰਨ ਦੀ ਜ਼ਰੂਰਤ ਨਹੀਂ, ਇੱਕ ਮਿਸਲ ਬਣਾਤਾ। ਇਨ ਦਿਸ ਵੇ ਨੰਬਰ ਆਫ such type of missiles are formed, and when we put extra water and rub the cloth, all missiles are wash out. In this way cloth will be clean. ਠੀਕ ਹੈ ਜੀ। ਤਾਂ ਇਹ ਕਲੀਨਜ਼ਿੰਗ ਐਕਸ਼ਨ ਆਫ ਸੋਪ ਦੇ ਵਿੱਚ ਤੁਸੀਂ ਜਿਹੜਾ ਹੈਗਾ ਪੁਆਇੰਟ ਜਿਹੜੇ ਹੈਗੇ ਨੇ ਪ੍ਰੋਪਰ ਲਿਖਣੇ ਆ। ਫਾਰਮੂਲਾ ਹੋ ਗਿਆ, ਤਾਂ ਜੋ ਮੈਂ ਥਿਊਰੀ ਬੋਲੀ ਉਹ ਵਾਲੀ ਸਾਰਾ ਐਡ ਕਰਕੇ, ਹੈ ਨਾ ਜੀ। ਹੋਪ ਕਿ ਸਾਰਿਆਂ ਨੂੰ ਤੁਹਾਨੂੰ ਸਮਝ ਆ ਗਿਆ ਹੋਊਗਾ। ਉਸ ਤੋਂ ਅੱਗੇ ਨੈਕਸਟ ਟੌਪਿਕ ਆਪਣਾ ਜਿਹੜਾ ਬਣਦਾ ਹੈਗਾ, ਟੂ ਮੱਚ ਇੰਪੋਰਟੈਂਟ ਟੌਪਿਕ ਹੈ। ਹੁਣ ਆਪਾਂ ਕੋਲਾਈਡਸ ਬਾਰੇ ਪਤਾ ਕਰ ਲਿਆ ਕਿ ਕੋਲਾਈਡਸ ਕੀ ਹੁੰਦੇ ਨੇ, ਤੁਹਾਨੂੰ ਸਮਝ ਆ ਗਿਆ ਹੈ ਨਾ ਕੋਲਾਈਡਸ ਕੀ ਹੁੰਦੇ ਨੇ। ਹੁਣ ਜਨਰਲ ਮੈਥਡ ਆਫ ਪ੍ਰੈਪਰੇਸ਼ਨ ਕਰਦੇ ਹਾਂ ਆਪਾਂ ਕੋਲਾਈਡਸ ਦੀ, ਕਿਵੇਂ ਬਣਾ ਸਕਦੇ ਹਾਂ ਕੋਲਾਈਡਸ ਨੂੰ, ਹੈ ਨਾ।
लिखो हैडिंग जनरल मैथड ऑफ प्रैपरेशन ऑफ सोल्स लिख लो या कोलाइड्स लिख लो, क्योंकि कोलाइड 3 टाइप के होंगे ने, सोल, इमल्शन, जैल, तुहानूं दस चुके हैं मेन जिहड़ा तुहाडा +2 लैवल है। ਇਹਦੇ ਵਿੱਚ मैं सोल की गल करदा भी जनरल मैथड ऑफ प्रैपरेशन ऑफ सोल ब्रैकेट ਦੇ ਵਿੱਚ कोलाइड्स। ਹੁਣ सोल ਜਿਹੜੀਆਂ 2 टाइप ਦੀਆਂ ਹੁੰਦੀਆਂ ਨੇ, कोलाइड 2 टाइप ਦੇ ਹੁੰਦੇ ਨੇ। ਇਹਦੇ ਵਿੱਚ ਲਿਖੋਗੇ ਫਸਟ ਵਨ ਪ੍ਰੈਪਰੇਸ਼ਨ ਆਫ ਲਿਓਫਿਲਿਕ, ਸੈਕੰਡ ਵਨ ਇਜ਼ ਦਾ ਪ੍ਰੈਪਰੇਸ਼ਨ ਆਫ ਲਿਓਫੋਬਿਕ। ਫਸਟ ਵਨ ਦੇ ਕੇਸ ਦੇ ਵਿੱਚ ਪ੍ਰੈਪਰੇਸ਼ਨ ਆਫ ਲਿਓਫਿਲਿਕ ਦੇ ਵਿੱਚ ਤੁਸੀਂ ਬੜਾ ਆਸਾਨ ਹੈ, ਇਹਦੇ ਲਈ ਥਿਊਰੀ ਲਿਖੋ ਥੋੜੀ ਜੀ। As we know, liophiलिc colloids have strong affinity between the particles of dispersed phase as well as dispersion medium, so they can easily form just by mixing of both bracket च लिख लो dispersed phase and dispersion medium under sufficient condition या ordinary condition जो normal चाहिए उस particular ਸੋਲਿਊਸ਼ਨ ਦੇ ਲਈ, ਹੈ ਨਾ। ਤਾਂ ਈਜ਼ੀਲੀ ਬਣ ਜਾਣਗੇ। ਦੇ ਆਰ ਰਿਵਰਸੀਬਲ, ਉਹ ਸਾਰੀਆਂ ਥਿਊਰੀਆਂ ਤੁਹਾਨੂੰ ਪਿੱਛੇ ਮੈਂ ਦੱਸ ਚੁੱਕਿਆ। ਦੇ ਆਰ ਰਿਵਰਸੀਬਲ ਬਿਕਾਜ਼ ਦੇ ਕੈਨ ਈਜ਼ੀਲੀ ਪ੍ਰੈਸਪੀਟੇਟ, ਠੀਕ ਹੈ, ਐਂਡ ਡਾਇਰੈਕਟ ਕਨਵਰਟਡ ਇਨਟੂ ਕੋਲਾਈਡਲ ਸਟੇਟ। ਇੱਕ ਵਾਰੀ ਬਣ ਗਏ ਸੋਲ, ਉਹਨੂੰ ਰਿਵਰਸ ਆਪਾਂ ਕਰ ਸਕਦੇ ਹਾਂ, ਪ੍ਰੈਸਪੀਟੇਟ ਕਰ ਸਕਦੇ ਹਾਂ, ਵਾਪਸ ਉਹਦੀ ਓਰੀਜਨਲ ਫਾਰਮ 'ਚ ਕੋਲਾਈਡਲ ਸਟੇਟ 'ਚ ਉਹਨੂੰ ਲਿਆ ਸਕਦੇ ਹਾਂ, ਠੀਕ ਹੈ ਜੀ। ਇਹ ਫਾਰਮੇਸ਼ਨ ਆਫ ਲਿਓਫਿਲਿਕ ਕੋਲਾਈਡ ਹੋ ਗਈ। दूसरा लिखो फॉर्मेशन ऑफ लियोफोबिक कोलाइड। फॉर्मेशन ऑफ लियोफोबिक लियोफिलिक ਦੇ ਵਿੱਚ ਇੱਕ ਐਗਜ਼ਾਮਪਲ ਲਿਖ ਲਓ, ਬਥੇਰੀਆਂ ਨੇ ਇਹ 'ਚ ਐਗਜ਼ਾਮਪਲ, ਜਿਵੇਂ ਤੁਸੀਂ ਗਮ ਲਿਖ ਲਓ, ਸਟਾਰਚ ਲਿਖ ਲਓ। ਇਹ ਦੀਆਂ ਐਗਜ਼ਾਮਪਲ ਐਲਬੂਮਿਨ ਜਿਹੜਾ ਹੁੰਦਾ ਹੈ, ਐਗ ਐਲਬੂਮਿਨ ਜਿਹੜਾ ਹੈਗਾ, ਇਹ ਵੀ ਇਹਦੀ ਇੱਕ ਐਗਜ਼ਾਮਪਲ ਹੈ ਇਸ ਸੋਲਿਊਸ਼ਨ ਦੀ, ਹੈ ਨਾ, ਲਿਓਫਿਲਿਕ ਦੀ। ਸੈਕੰਡ ਵਨ ਤੁਸੀਂ ਲਿਖੋ ਪ੍ਰੈਪਰੇਸ਼ਨ ਆਫ ਲਿਓਫੋਬਿਕ ਕੋਲਾਈਡ। ਲਿਓਫੋਬਿਕ ਕੋਲਾਈਡ ਦੇ ਲਈ ਪਹਿਲਾਂ ਥਿਊਰੀ ਤੁਸੀਂ ਲਿਖੋਗੇ। ਆਪਾਂ ਨੂੰ ਪਤਾ ਹੈ ਕਿ ਲਿਓਫੋਬਿਕ ਡਿਫਿਕਲਟ ਟੂ ਪ੍ਰਪੇਅਰ, ਹੈ ਨਾ, ਦੇ ਆਰ ਅਨਸਟੇਬਲ। ਤਾਂ ਇਹਨਾਂ ਦੇ ਲਈ ਸਪੈਸ਼ਲ ਮੈਥਡਸ ਹੋਣਗੇ ਫॉर देयर ਪ੍ਰੈਪਰੇਸ਼ਨ। देयर आर ਸਮ ਸਪੈਸ਼ਲ ਮੈਥਡਸ। ਫਸਟ ਵਨ ਇਹਦੇ 'ਚ ਲਿਖੋ, ਫਸਟ ਵਨ ਲਿਓਫੋਬਿਕ 'ਚ ਫਸਟ ਵਨ ਸਪੈਸ਼ਲ ਮੈਥਡ ਲਿਖੋ ਕੰਡੈਂਸੇਸ਼ਨ ਮੈਥਡ। ਕਿਹੜਾ ਜੀ? ਕੰਡੈਂਸੇਸ਼ਨ ਮੈਥਡ। ਸੈਕੰਡ ਵਨ ਇਹਦੇ 'ਚ ਲਿਖ ਲਓ ਤੁਸੀਂ ਡਿਸਪਰਜਨ ਮੈਥਡ। ਫਸਟ ਵਨ ਇਜ਼ ਦਾ ਕੰਡੈਂਸੇਸ਼ਨ, ਸੈਕੰਡ ਵਨ ਇਜ਼ ਦਾ ਡਿਸਪਰਜਨ ਮੈਥਡ। ਕੰਡੈਂਸੇਸ਼ਨ ਤੇ ਡਿਸਪਰਜਨ। ਹੁਣ ਪਹਿਲਾਂ ਮੈਂ ਕੰਡੈਂਸੇਸ਼ਨ ਦੀ ਗੱਲ ਕਰਦਾ। ਕੰਡੈਂਸੇਸ਼ਨ ਮੈਥਡ ਦੇ ਵਿੱਚ ਫਰਦਰ ਹੋਰ ਸਬ ਮੈਥਡ ਬਹੁਤ ਨੇ। ਕੰਡੈਂਸੇਸ਼ਨ ਇੱਕ ਬਲਕ ਦਾ ਨਾਂ ਹੈ, ਉਹਦੇ ਵਿੱਚ ਸਬ ਟਾਈਨੀ ਜਿਹੜੇ ਛੋਟੇ ਕਾਫੀ ਮੈਥਡ ਹੈਗੇ ਨੇ। ਕੰਡੈਂਸੇਸ਼ਨ ਦੇ ਵਿੱਚ ਫਸਟ ਵਨ ਲਿਖੋ ਬਾਏ ਕੈਮੀਕਲ ਮੈਥਡਸ। ਕੰਡੈਂਸੇਸ਼ਨ ਦੇ ਵਿੱਚ ਫਸਟ ਸਬ ਪਾਰਟ ਬਾਏ ਕੈਮੀਕਲ ਮੈਥਡਸ। ਕੈਮੀਕਲ ਮੈਥਡ ਦੇ ਵਿੱਚ ਲਿਖੋ ਫਸਟ ਵਨ ਬਾਏ ਆਕਸੀਡੇਸ਼ਨ। ਕੰਡੈਂਸੇਸ਼ਨ 'ਚ ਸਬ ਮੈਥਡ ਬਾਏ ਕੈਮੀਕਲ। ਕੈਮੀਕਲ ਦੇ ਵਿੱਚ ਫਰਦਰ ਇਹਦੇ 'ਚ ਹੋਰ ਸਬ ਮੈਥਡ। ਫਸਟ ਵਨ ਬਾਏ ਆਕਸੀਡੇਸ਼ਨ। ਆਕਸੀਡੇਸ਼ਨ ਦੇ ਵਿੱਚ ਤੁਸੀਂ ਇਸ ਜਸਟ ਐਗਜ਼ਾਮਪਲਾਂ ਹੀ ਲਿਖੀਆਂ ਨੇ। ਆਕਸੀਡੇਸ਼ਨ 'ਚ ਫਸਟ ਵਨ ਲਿਖ ਲਓ ਫॉर द ਫਾਰਮੇਸ਼ਨ ਆਫ ਸਲਫਰ ਸੋਲ। ਤਾਂ ਇਹਦੀ ਐਗਜ਼ਾਮਪਲ ਦੇ ਦੋਗੇ H2S ਨੂੰ ਜਦੋਂ ਤੁਸੀਂ ਆਕਸੀਜਨ ਦੇ ਨਾਲ ਸਲਫਰ ਡਾਈਆਕਸਾਈਡ ਦੇ ਨਾਲ ਰਿਐਕਟ ਕਰਵਾਓਗੇ ਤਾਂ ਵਾਟਰ ਪਲੱਸ ਸਲਫਰ ਦੀ ਜਿਹੜੀ ਹੈਗੀ ਹੈ ਸੋਲ ਮਿਲ ਜਾਏਗੀ। ਸਲਫਰ ਦੀ ਆ ਕੀ ਬਣ ਗਈ? ਸੋਲ ਬਣ ਗਈ ਜੀ। S ਲਿਖਿਆ ਹੋਇਆ ਹੈ ਸਲਫਰ। ਵਾਟਰ ਬਣ ਗਿਆ ਦੋਨਾਂ ਦੇ ਕੰਬੀਨੇਸ਼ਨ ਤੇ ਸਲਫਰ ਕੱਲੀ ਰਹਿ ਗਈ, ਉਹਦੀ ਸੋਲ ਹੈ ਸਲਫਰ ਦੀ। ਮਤਲਬ ਸਲਫਰ ਸੋਲਿਡ ਪ੍ਰੈਜ਼ੈਂਟ ਇਨ ਲਿਕੁਇਡ। ਸੋਲ ਦਾ ਮਤਲਬ ਇਹ ਹੁੰਦਾ ਸਲਫਰ ਪ੍ਰੈਜ਼ੈਂਟ ਹੈ ਵਾਟਰ ਦੇ ਵਿੱਚ, ਸੋਲੂਸ਼ਨ ਬਣਿਆ ਹੋਇਆ ਹੈ, ਸੋਲ ਬਣ ਗਈ ਕੋਲਾਈਡਲ ਰੇਂਜ ਦੀ, ਠੀਕ ਹੈ ਜੀ। ਦੂਸਰਾ ਇਹਦੇ 'ਚ ਲਿਖੋ ਤੁਸੀਂ ਰਿਡਕਸ਼ਨ ਮੈਥਡ। ਕਿਹੜਾ ਜੀ? ਰਿਡਕਸ਼ਨ ਮੈਥਡ। ਰਿਡਕਸ਼ਨ ਮੈਥਡ ਦੀ ਇਹਦੇ ਵਿੱਚ ਲਿਖ ਲਓ ਵੈਰੀ ਹੈਲਪਫੁਲ ਫॉर द ਫਾਰਮੇਸ਼ਨ ਆਫ ਗੋਲਡ ਸੋਲ। ਗੋਲਡ ਸੋਲ ਦੇ ਲਈ ਇਹਦੀ ਇੱਕ ਐਗਜ਼ਾਮਪਲ ਲਿਖ ਦਿਓ ਫਿਰ। ਜਿਵੇਂ AuCl3 ਇਹਨੂੰ SnCl2 ਦੇ ਨਾਲ ਜਦੋਂ ਤੁਸੀਂ ਰਿਐਕਟ ਕਰਵਾਓਗੇ ਤਾਂ SnCl4 ਪਲੱਸ ਜਿਹੜਾ ਹੈਗਾ ਆਪਣੇ ਕੋਲੇ ਗੋਲਡ Au, ਗੋਲਡ ਕੱਲਾ ਬਚ ਜਾਏਗਾ, ਉਹਦੀ ਸੋਲ ਮਿਲੇਗੀ ਨੀਚੇ। ਇਹਦੇ ਲਿਖ ਲਓ ਸੋਲ ਹੈ ਗੋਲਡ ਦੀ। ਇਹ ਰਿਡਕਸ਼ਨ ਹੋ ਗਿਆ। ਥਰਡ ਵਨ ਇਹਦੇ 'ਚ ਤੁਸੀਂ ਹਾਈਡਰੋਲਿਸਿਸ ਕਰ ਦਿਓ ਜੀ। ਥਰਡ ਵਨ ਇਜ਼ ਦਾ ਕਿਹੜਾ ਮੈਥਡ ਆ ਗਿਆ? ਹਾਈਡਰੋਲਿਸਿਸ। ਹਾਈਡਰੋਲਿਸਿਸ ਦੇ ਵਿੱਚ ਇਹ ਆਇਰਨ ਦੀ ਜਿਹੜੀ ਹੈਗੀ ਹੈ ਸੋਲ ਬਣ ਜਾਂਦੀ ਹੈ। ਆਇਰਨ ਦੀ ਸੋਲ ਬਣਾਉਣ ਦੇ ਵਿੱਚ ਹੈਲਪ ਕਰਦਾ ਆਇਰਨ ਹਾਈਡਰੋਕਸਾਈਡ ਦੀ।
हेल्पफुल फॉर द फॉर्मेशन ऑफ सोल ऑफ फेरस हाइड्रोक्साइड है ना, ਫੈਰਿਕ ਹਾਈਡਰੋਕਸਾਈਡ ਸੌਰੀ। ਇਹਦੇ ਵਿੱਚ ਐਗਜ਼ਾਮਪਲ FeCl3 ਇਹਨੂੰ ਜਦੋਂ ਵਾਟਰ ਦੇ ਵਿੱਚ ਤੁਸੀਂ ਪਾਓਗੇ ਤਾਂ FeOH ਥਰਾਈਸ ਪਲੱਸ HCl ਜਿਹੜਾ ਹੈਗਾ ਉਹ ਬਾਹਰ ਹੋ ਜਾਊਗਾ। FeOH ਥਰਾਈਸ ਦੀ ਕੀ ਹੋ ਗਈ, ਇਹ ਸੋਲ ਹੋ ਗਈ ਜੀ, ਕਲੀਅਰ ਹੈ। ਉਸ ਤੋਂ ਬਾਅਦ ਇਹਦੇ 'ਚ ਤੁਸੀਂ ਇੱਕ ਡਬਲ ਡੀਕੰਪੋਜੀਸ਼ਨ ਲਿਖ ਲਓ, ਇੱਕ ਇਹਦੇ 'ਚ ਲਿਖ ਲਓ ਡਬਲ ਡੀਕੰਪੋਜੀਸ਼ਨ। ਇਹਦੀ ਐਗਜ਼ਾਮਪਲ ਲਿਖ ਲਓ AS2O3 प्लस H2S ਕੰਬਾਈਨ ਹੋ ਕੇ ਕੀ ਬਣਾਉਂਦੀ ਹੈ, ਆਰਸੈਨਿਕ ਸਲਫੇਟ। AS ਆਰਸੈਨਿਕ ਹੁੰਦਾ, S ਤੇ ਸਲਫਰ ਹੋ ਗਿਆ, ਤੇ ਇਹਨਾਂ ਦੀ ਕੰਬਾਈਨਡ AS2S3 ਇਹ ਕੀ ਬਣ ਗਈ, ਕੋਲਾਈਡਲ ਸੋਲ ਬਣ ਗਈ ਜੀ, ਸੋਲ ਬਣ ਗਈ, ਪਲੱਸ ਜਿਹੜਾ ਵਾਟਰ ਬਾਹਰ ਹੋ ਜਾਏਗਾ, ਪਲੱਸ ਵਾਟਰ ਬਾਹਰ ਹੋ ਜਾਏਗਾ। ਡਬਲ ਡੀਕੰਪੋਜੀਸ਼ਨ ਜਿਹੜੀ ਹੈਗੀ ਹੈ ਬਣਦਾ। ਇਹ ਕੈਮੀਕਲ ਮੈਥਡ ਦੇ ਅੱਗੇ ਚਾਰ ਜਿਹੜੇ ਮੈਥਡ ਤੁਹਾਨੂੰ ਕਰਵਾਤੇ ਮੈਂ, ਕੈਮੀਕਲ ਦੇ ਵਿੱਚ ਆਕਸੀਡੇਸ਼ਨ ਕਰਾਇਆ, ਰਿਡਕਸ਼ਨ ਕਰਾਇਆ, ਹਾਈਡਰੋਲਿਸਿਸ ਕਰਾਇਆ ਤੇ ਡਬਲ ਡੀਕੰਪੋਜੀਸ਼ਨ। ਕਿਹਦੇ, ਕੰਡੈਂਸੇਸ਼ਨ ਦੇ, ਲੀਓਫੋਬਿਕ ਦੀ ਕੰਡੈਂਸੇਸ਼ਨ ਦੇ ਕੈਮੀਕਲ ਮੈਥਡ ਦੇ ਅੱਗੇ ਚਾਰ ਮੈਥਡ ਹੈ। ਦੂਸਰਾ ਇਹਦੇ 'ਚ ਲਿਖੋ ਬਾਏ ਐਕਸਚੇਂਜ ਆਫ ਸੋਲਵੈਂਟ, ਇਹ ਵੀ ਇੱਕ ਮੈਥਡ ਹੈ ਕੰਡੈਂਸੇਸ਼ਨ ਦੇ ਵਿੱਚ, ਬਾਏ ਐਕਸਚੇਂਜ ਆਫ ਸੋਲਵੈਂਟ। ਇਹਨੂੰ ਪਹਿਲਾਂ ਥੋੜ੍ਹਾ ਜਿਹਾ ਸਮਝਾਉਣਾ, ਫਿਰ ਬੁਕਿਸ਼ ਲਿਖਾਊਂਗਾ ਤੁਹਾਨੂੰ ਇਹਦਾ ਐਗਜ਼ਾਮ ਦੇ ਵਿੱਚ ਕਿੱਦਾਂ ਲਿਖ ਕੇ ਆਉਣਾ। ਇਹਦੇ 'ਚ ਐਕਸਚੇਂਜ ਆਫ ਸੋਲਵੈਂਟ ਦੇ ਵਿੱਚ ਆਪਾਂ ਨੂੰ ਜਨਰਲ ਪਤਾ ਲੱਗ ਰਿਹਾ ਵੀ ਆਈਡੀਆ ਜਿਹਾ ਹੋ ਰਿਹਾ ਵੀ ਕੀ ਕਰਨਗੇ ਇਹ। ਹੁਣ ਮੰਨ ਲਓ ਮੇਰੇ ਕੋਲ A, B ਤੇ C ਤਿੰਨ ਸਬਸਟਾਂਸ ਨੇ, ਮੈਂ A ਦੀ ਸੋਲ ਬਣਾਉਣੀ ਹੈ। A ਨੂੰ, ਇਹ ਜਿਹੜਾ B 'ਚ ਸੋਲੂਬਲ ਨਹੀਂ ਹੈਗਾ, C 'ਚ ਸੋਲੂਬਲ ਹੈ, ਤਾਂ ਮੈਂ ਕੀ ਕਰੂੰਗਾ, A ਜਿਹੜਾ C ਦੇ ਵਿੱਚ ਸੋਲੂਬਲ ਕਰ ਲੂੰਗਾ, ਲੈਟ ਉਹਦਾ ਸੋਲੂਸ਼ਨ ਬਣ ਜਾਊਗਾ। ਬਣ ਗਿਆ ਸੋਲੂਸ਼ਨ, ਬਟ ਉਹਦਾ ਟਰੂ ਸੋਲੂਸ਼ਨ ਹੋ ਗਿਆ ਵਾ, ਪਰ ਮੈਨੂੰ ਕਿਹੜਾ ਚਾਹੀਦਾ, ਕੋਲਾਈਡਲ ਪਾਰਟੀਕਲ ਦਾ ਸਾਈਜ਼ ਵੱਡਾ ਚਾਹੀਦਾ। ਤਾਂ A ਨੂੰ ਜਦੋਂ C ਦੇ ਵਿੱਚ ਸੋਲੂਬਲ ਕਰਕੇ ਇੱਕ ਸੋਲੂਸ਼ਨ ਬਣਾ ਲਿਆ, ਉਹਦੇ ਵਿੱਚ C ਜਿਹੜਾ ਹੈਗਾ ਸੋਲਵੈਂਟ ਹੋ ਗਿਆ, A ਕੀ ਹੋ ਗਿਆ, ਸਲਿਊਟ ਹੋ ਗਿਆ, ਠੀਕ ਹੈ। ਬਟ ਮੈਂ ਕੀ ਕਰੂੰਗਾ, A ਤੇ C ਦੇ ਕੰਬੀਨੇਸ਼ਨ ਦੇ ਵਿੱਚ ਹੁਣ B ਐਡ ਕਰ ਦੂੰਗਾ ਐਕਸੈਸ ਦੇ ਵਿੱਚ, ਤਾਂ ਜੋ ਸੋਲਵੈਂਟ C ਨਾ ਰਵੇ, B ਬਣ ਜੇ, ਜਿਹਦੇ ਵਿੱਚ ਉਹ A ਸੋਲੂਬਲ ਨਹੀਂ ਸੀ। ਬਾਅਦ 'ਚ ਇਨਡਾਇਰੈਕਟਲੀ ਸੋਲਵੈਂਟ ਚੇਂਜ ਹੋ ਗਿਆ, ਤਾਂ ਐਕਸਚੇਂਜ ਆਫ ਸੋਲਵੈਂਟ ਆ ਗਿਆ, ਹੈ ਨਾ। ਸੋਲਵੈਂਟ ਉਹੀ ਹੁੰਦਾ ਜਿਹੜਾ ਐਕਸੈਸ 'ਚ ਹੁੰਦਾ, C ਨਾਲ ਆਪਾਂ B ਨੂੰ ਵੱਧ ਪਾ ਦਾਂਗੇ, ਤਾਂ ਇਹਨੂੰ ਐਕਸਚੇਂਜ ਆਫ ਸੋਲਵੈਂਟ ਜਸਟ ਕਾਈਂਡ ਆਫ ਇੱਕ ਟ੍ਰਿਕ ਜੀ ਦੇ ਨਾਲ ਆਪਾਂ ਜਿਹੜੀ ਸੋਲ ਬਣਾ ਸਕਦੇ ਹਾਂ। ਹਾਂਜੀ, ਤਾਂ ਇਹਦੇ ਵਿੱਚ ਲਿਖੋਗੇ ਕਿ ਲਿਖੋ ਕੋਲਾਈਡਲ ਸੋਲੂਸ਼ਨ ਆਫ ਸਰਟਨ ਸਬਸਟੈਂਸਿਸ, ਜਿਵੇਂ ਜਨਰਲੀ ਨਾ ਸਲਫਰ ਦੀ ਜਾਂ ਫਾਸਫੋਰਸ ਦੀ ਸੋਲ ਇੱਦਾਂ ਬਣਾਉਣੇ ਆ, ਸੱਚ ਹੈ ਸਲਫਰ ਵਿਚ ਆਰ ਸੋਲੂਬਲ ਇਨ ਅਲਕੋਹਲ ਬਟ ਇਨਸੋਲੂਬਲ ਇਨ ਵਾਟਰ। We can prepare by pouring alcoholic solution in excess of water. In this way, soul of sulfur can easily milkiness जी आ जाती है, ਇਹਦੇ ब्रैकेट 'ਚ ਲਿਖ ਸਕਦੇ ਹੋ, milky soul colloidal solution ਜਾਂ soul of sulfur is formed। ਇਹਦਾ ਇੱਕ ਮੈਥਡ ਹੋ ਗਿਆ ਕਿਹੜਾ, ਬਾਈ ਐਕਸਚੇਂਜ ਆਫ ਸੋਲਵੈਂਟ, ਠੀਕ ਹੈ ਜੀ। ਇਹ ਇੰਪੋਰਟੈਂਟ ਮੈਥਡ ਹੋ ਗਏ। ਦੂਸਰੀ ਮੈਂ ਗੱਲ ਕਰਦਾ ਹੁਣ ਜਿਹੜਾ ਤੁਹਾਨੂੰ ਲੀਓਫੋਬਿਕ ਦਾ ਕਰਵਾਇਆ ਸੀਗਾ ਬਾਏ ਡਿਸਪਰਜਨ ਮੈਥਡ। ਡਿਸਪਰਜਨ ਮੈਥਡ ਦੀ ਗੱਲ ਕਰਦੇ ਹਾਂ, ਇਹ ਕਾਫੀ ਇੰਪੋਰਟੈਂਟ ਹੈ। ਡਿਸਪਰਜਨ ਮੈਥਡ ਦੇ ਵਿੱਚ ਇਹਦੇ 'ਚ ਸਬ ਪਾਰਟ ਬਣਾਓ, ਦੂਸਰਾ ਆ ਗਿਆ ਡਿਸਪਰਜਨ, ਉਹਦਾ ਸਬ ਪਾਰਟ ਫਸਟ ਵਨ ਮਕੈਨੀਕਲ ਡਿਸਪਰਜਨ। ਮਕੈਨੀਕਲ ਡਿਸਪਰਜਨ ਦੇ ਵਿੱਚ ਆਪਾਂ ਕੀ ਕਰਾਂਗੇ, ਇਹਨੂੰ ਪਹਿਲਾਂ ਸਮਝਾਉਣਾ। ਇਹਦੇ ਵਿੱਚ ਮੰਨ ਲਓ ਜੇ ਕਿਸੇ ਤੁਸੀਂ ਐਲੀਮੈਂਟ ਦੀ ਸੋਲ ਬਣਾਉਣੀ ਹੈ, ਉਹਨੂੰ ਪਹਿਲਾਂ ਆਪਾਂ ਕਾਈਂਡ ਆਫ ਬਹੁਤ ਇਹਨੂੰ ਤੁਸੀਂ ਸਿੰਪਲ ਲੈਂਗੁਏਜ 'ਚ ਕਹਿ ਸਕਦੇ ਹੋ ਕਿ ਉਹਨੂੰ ਇੰਨਾ ਕੁ ਪੀਸ ਲਾਂਗੇ ਆਪਾਂ ਮਿਲ ਦੇ ਵਿੱਚ, ਕੋਲਾਈਡਲ ਮਿਲ ਹੁੰਦੀ ਹੈ ਸਪੈਸ਼ਲ, ਜਿਹੜੇ ਪਾਰਟੀਕਲ ਨੂੰ ਕਾਈਂਡ ਆਫ ਜਿਵੇਂ ਆਪਾਂ ਆਟਾ ਬਣਾ ਲੈਂਦੇ ਹਾਂ ਨਾ, ਪਾਊਡਰ ਬਣਾ ਲੈਂਦੇ ਹਾਂ, ਹੈ ਨਾ, ਇੰਨਾ ਕੁ ਉਹਨੂੰ ਮਿਲ ਨੂੰ ਕੋਲਾਈਡਲ ਮਿਲ ਦੇ ਵਿੱਚ ਉਸ ਸਬਸਟਾਂਸ ਨੂੰ ਪੀਸ ਲਾਂਗੇ ਕਿ ਉਹਦਾ ਆਪਾਂ ਪਾਊਡਰ ਬਣਾ ਲਾਂਗੇ। ਪਾਊਡਰ ਬਣਾਉਣ ਤੋਂ ਬਾਅਦ ਉਹਨੂੰ ਆਪਾਂ ਰਿਕੁਆਇਰ ਜਿਹਦੇ ਵਿੱਚ ਤੁਸੀਂ ਜਿਹਦੀ ਉਹਦੀ ਸੋਲ ਬਣਾਉਣੀ ਚਾਹੁੰਦੇ ਹੋ, ਪਰਟੀਕੂਲਰ ਕਿਸੇ ਸੋਲਵੈਂਟ ਦੇ ਵਿੱਚ ਉਹਨੂੰ ਡਿਜ਼ੋਲਵ ਕਰ ਲਾਂਗੇ। ਇਹ ਫਿਰ ਆਪਣਾ ਮੈਕੈਨੀਕਲ ਡਿਸਪਰਜਨ ਦੇ ਵਿੱਚ ਆਊਗਾ। ਤਾਂ ਇਹਦੇ ਕੇਸ ਦੇ ਵਿੱਚ ਜਿਵੇਂ ਆਪਾਂ ਪੇਂਟ ਵਗੈਰਾ ਬਣਦੇ ਨੇ, ਹੈ ਨਾ, ਜਾਂ ਬਲੈਕ ਇੰਕ ਬਣਦੀ ਹੈ, ਇਹ ਸਾਰਾ ਡਾਈਜ਼ ਬਣਦੀਆਂ ਨੇ, ਇਹ ਸਾਰਾ ਜਿਹੜਾ ਹੈਗਾ ਮੈਥਡ ਮੈਕੈਨੀਕਲ ਡਿਸਪਰਜਨ ਦੇ ਵਿੱਚ ਆਉਂਦਾ ਹੈਗਾ। ਇਹ ਤੁਸੀਂ ਥਿਊਰੀ ਲਿਖੋ ਮੈਕੈਨੀਕਲ ਡਿਸਪਰਜਨ ਦੀ, ਫਸਟ ਪੁਆਇੰਟ ਇਹਦੇ ਵਿੱਚ ਬਣਾਓ, ਲਿਖੋ in this method substance is firstly ground to a
ground to powder form, ये लिख सकते हो तुसीं, powder form with the help of colloidal mill, ठीक है, powder form with the help of colloidal mill. After that the substance will put in particular solvent, added in particular solvent to form corresponding colloidal solution, ठीक है जी. एग्जाम्पल पेंट है ना, डाई, ब्लैक इंक, एग्जाम्पल ये लिख सकते हो, ठीक है जी. उस तो बाद सैकेंड मैथड आ जाता है बाय ब्रैडिग आर्क मैथड, बड़ा इंपॉर्टेंट है, अगे 7 स्टार बना लो. अपना सिंपल लैंग्वेज समझाऊंगा कि ब्रैडिग आर्क मैथड, BREDIG अपोस्ट्रोफी आर्क मैथड. पहले इन्हूं बुकिश लैंग्वेज बाद लिखाऊँ, पहले समझाना. ये पता की हुंदा, एक कंटेनर लै लेंदे आ, ਉਹਦੇ ਵਿੱਚ ਆਈਸ ਪੁੱਟ ਕਰ ਦਿੰਦੇ ਆ, ਠੀਕ ਹੈ. ਉਹਦੇ ਵਿੱਚ ਹੀ ਫਿਰ ਇੱਕ ਕੰਟੇਨਰ ਹੋਰ ਲੈ ਲੈਂਦੇ ਆ, ਉਹ 'ਚ ਪਾਣੀ ਪੁੱਟ ਕਰ ਦਿੰਦੇ ਆ. ਵੱਡੇ ਕੰਟੇਨਰ 'ਚ ਆਈਸ, ਉਹ ਛੋਟਾ ਕੰਟੇਨਰ ਰੱਖਿਆ, ਉਹਦੇ 'ਚ ਜਿਹੜਾ ਹੈਗਾ ਵਾਟਰ ਐਡ ਕਰ ਦਿੰਦੇ ਆ. ਲੈਟ ਮੈਂ ਬਣਾ ਕੇ ਦੱਸ ਦਿੰਦਾ, ਬਾਅਦ 'ਚ ਵੀ ਜ਼ਰੂਰਤ ਪੈਣੀ ਹੈ. ਕੰਟੇਨਰ ਲੈ ਲਿਆ, ਇਸ ਕੰਟੇਨਰ ਦੇ ਵਿੱਚ ਲੈਟ ਆਹ ਕੀ ਹੈ, ਆਈਸ ਹੈ. ਇਹਦੇ ਵਿੱਚ ਮੈਂ ਇੱਕ ਕੰਟੇਨਰ ਹੋਰ ਰੱਖਤਾ, ਇਹਦੇ ਵਿੱਚ ਮੈਂ ਲੈਟ ਵਾਟਰ ਜਿਹੜਾ ਹੈਗਾ ਐਡ ਕਰਤਾ, ਠੀਕ ਹੈ ਜੀ. ਆਹ ਵਾਟਰ ਹੈ, ਤਾਂ ਆ ਆਈਸ ਕੋਲਡ ਵਾਟਰ ਹੋ ਗਿਆ, ਠੀਕ ਹੈ ਜੀ. ਜਿਸ ਐਲੀਮੈਂਟ ਦੀ ਲੈਟ ਗੋਲਡ ਦੀ ਮੈਂ ਸੋਲ ਬਣਾਉਣੀ ਹੈ, ਅਨੋਡ ਵੀ ਉਹਦਾ ਲੈ ਲਿਆ, ਕੈਥੋਡ ਵੀ ਉਹਦਾ ਲੈ ਲਿਆ. ਲੈਟ ਅਨੋਡ ਵੀ ਉਹਦਾ, ਕੈਥੋਡ ਜਿਹਦੀ ਤੁਸੀਂ ਬਣਾਉਣੀ ਹੈ. ਕਾਸਟਲੀ ਐਲੀਮੈਂਟਸ ਦੀ ਸੋਲ ਬਣਾਉਣ ਦੇ ਕੰਮ ਆਉਂਦਾ ਹੈ. ਇਹਨੂੰ ਆਪਸ 'ਚ ਵਿੱਚੋਂ ਆਰਕ ਦੇ ਨਾਲ ਕਨੈਕਟ ਕਰਤਾ, ਇਸ ਲਈ ਇਹਦਾ ਨਾਮ ਬਰੈਡਿਗ ਆਰਕ ਹੈ. ਆਰਕ ਦੇ ਨਾਲ ਕਨੈਕਟ ਕਰਤਾ, ਜਸਟ ਇੱਕ ਵਾਇਰ ਦੇ ਨਾਲ ਕਨੈਕਟ ਕਰਤਾ. ਫਿਰ ਇਹਨੂੰ ਟਰਮੀਨਲ ਨੂੰ ਜੋੜਤਾ ਹਾਈ ਵੋਲਟੇਜ ਦੇ ਉੱਤੇ, ਜਾਂ ਜਿਵੇਂ ਆਪਾਂ ਇਲੈਕਟ੍ਰੋਲਿਸਿਸ ਕਰਾਉਂਦੇ ਹਾਂ, ਇਹਨੂੰ ਕਨੈਕਟ ਕਰਤਾ ਪੋਜ਼ਿਟਿਵ ਨੈਗੇਟਿਵ ਦੇ ਨਾਲ. ਤਾਂ ਕੀ ਹੋਊਗੀ, ਆਕਸੀਡੇਸ਼ਨ ਵੀ ਗੋਲਡ ਦੀ ਹੋ ਰਹੀ ਹੈ, ਰਿਡਕਸ਼ਨ ਵੀ ਗੋਲਡ. ਗੋਲਡ ਜਿਹੜਾ ਹੈਗਾ ਇਸ ਵਾਟਰ ਦੇ ਵਿੱਚ ਜਿਹੜਾ ਹੈਗਾ ਲਿਕੁਇਡ ਬਣ ਕੇ ਮਤਲਬ ਡਿਜ਼ੋਲਵ ਹੋਣਾ ਸ਼ੁਰੂ ਹੋ ਜਾਊਗਾ, ਤਾਂ ਗੋਲਡ ਦੀ ਸਮਝ ਲਓ ਸੋਲ ਬਣਨ ਲੱਗ ਗਈ. ਤਾਂ ਉਸ ਗੋਲਡ ਦੀ ਆਪਾਂ ਕਲਸ਼ ਜਿਹਨੂੰ ਕਹਿ ਦਿੰਦੇ ਨੇ ਆਪਾਂ, ਗੋਲਡ ਪਲੇਟਡ ਵਾਚਿਸ ਇਹਦੀ ਖਾਸ ਐਗਜ਼ਾਮਪਲ ਹੈ. ਜਾਂ ਤੁਸੀਂ ਕਦੇ ਸੁਣਿਆ ਹੋਵੇਗਾ ਜਾਂ ਦੇਖਿਆ ਹੋਵੇਗਾ ਕਿ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਦੇ ਵਿੱਚ ਜਿਹੜੀ ਕਲਸ਼ ਚੜ੍ਹਾ ਰਹੇ ਨੇ, ਕਲਸ਼ ਮਤਲਬ ਕੀ ਹੈ, ਦੁਬਾਰਾ ਸੋਨੇ ਦਾ ਜਿਹੜਾ ਹੈਗਾ ਰੰਗ ਕਰ ਰਹੇ ਨੇ, ਉਹ ਐਕਚੁਅਲ ਇੱਦਾਂ ਤਿਆਰ ਹੁੰਦਾ. ਤਾਂ ਕਾਸਟਲੀ ਮੈਟਲ ਦੀ ਸੋਲ ਇਹਦੇ 'ਚ ਬਣਦੀ ਹੈ. ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ. ਤਾਂ ਇਹਨੂੰ ਹੁਣ ਆਪਾਂ ਲਿਖਦੇ ਹਾਂ, ਜਿਹੜਾ ਹੈਗਾ ਇਹਦੀ ਲੈਂਗੁਏਜ ਲਿਖਦੇ ਹਾਂ ਕੀ ਹੈ. ਸਭ ਤੋਂ ਪਹਿਲਾਂ ਇਹਦੀ Bredig arc method. This method is used for the formation of soul of costly metals such as gold, platinum, silver. ਤਾਂ ਉਦੋਂ ਬਾਅਦ ਇਹਦੀ ਆਹ ਥਿਊਰੀ ਲਿਖ ਦਿਓ. It contain in this method beaker contain ice and another beaker ਜਿਹੜਾ ਹੈਗਾ put in that ice with filled of water. Hence ice cold water ਜਿਹੜਾ ਹੈਗਾ used ਹੁੰਦਾ ਇਹਦੇ ਲਈ. After that two rods, both ਜਿਹੜੀ same element they are used and are connected with the wire known as bracket 'ਚ arc ਲਿਖ ਦਿਓ. Oxidation and reduction both of same element ਜਾਂ bracket ਦੇ ਵਿੱਚ gold occurs in this way. ਜਿਹੜਾ ਹੈਗਾ colloidal solution ਬਣ ਜਾਂਦਾ ਹੈ particular element ਦਾ, ਹੈ ਨਾ. ਤਾਂ ਇਹਦੇ 'ਚ ਇੱਕ ਤੁਸੀਂ ਇਹ ਲਿਖ ਸਕਦੇ ਹੋ, ਸਮਾਲ ਅਮਾਊਂਟ ਆਫ KOH ਇਜ਼ ਐਡਿਡ. ਇਹਦੇ ਵਿੱਚ KOH ਪਾ ਸਕਦੇ ਹਾਂ ਆਪਾਂ, ਜਸਟ ਟੂ ਇਨਕਰੀਜ਼ ਦਾ ਜਿਹੜਾ ਹੈਗਾ ਰੇਟ ਆਫ ਰਿਐਕਸ਼ਨ, ਇਹ ਐਡ ਕਰ ਸਕਦੇ ਹੋ ਨਾ. ਇਨ ਦਿਸ ਵੇ ਸੋਲ ਜਿਹੜੀ ਹੈਗੀ ਹੈ ਰੇਟ ਆਫ ਰਿਐਕਸ਼ਨ ਨੂੰ ਇਨਕਰੀਜ਼ ਐਂਡ ਟੂ ਸਟੇਬਲ ਦਾ ਐਡਿਡ ਜਿਹੜਾ ਹੈਗਾ ਸਟੇਬਲ ਵੀ ਕਰਦਾ ਇਹ ਜਿਹੜਾ ਆਪਣਾ ਸੋਲਿਊਸ਼ਨ ਬਣਿਆ, ਕਿਉਂਕਿ ਇਹ ਅਨਸਟੇਬਲ ਹੁੰਦੀਆਂ ਨੇ ਲੀਓਫੋਬਿਕ. ਤਾਂ ਸਟੇਬਿਲਿਟੀ ਦੇ ਲਈ ਵੀ ਇੱਕ ਦਾ ਰੇਟ ਆਫ ਰਿਐਕਸ਼ਨ ਫਾਸਟ ਕਰੂਗਾ, ਇੱਕ ਸਟੇਬਿਲਿਟੀ ਟੂ ਦਾ ਸੁਟੇਬਲ ਜਿਹੜੇ ਹੈਗੇ ਨੇ ਸੋਲ ਦੇ ਲਈ ਹੈ ਨਾ ਯੂਜ਼ ਕਰ ਸਕਦੇ ਹਾਂ. ਹੈਂਸ ਜਿਹੜੀ ਆਪਣੀ ਸੋਲ ਉਹ ਬਣ ਜਾਏਗੀ. ਤਾਂ ਬ੍ਰੈਡਿਗ ਆਰਕ ਮੈਥਡ ਦੇ ਵਿੱਚ ਇਹ ਸਾਰੀ ਥਿਊਰੀ ਲਿਖਣੀ ਹੈ ਅਤੇ ਡਾਇਗਰਾਮ ਬਣਾਉਣੀ ਹੈ. ਉਸ ਤੋਂ ਬਾਅਦ ਥਰਡ ਵਨ ਆਉਂਦਾ ਇਹ 'ਚ ਪੈਪਟਾਈਜੇਸ਼ਨ ਬਾਏ ਪੈਪਟਾਈਜੇਸ਼ਨ PEPTISATION ਪੈਪਟਾਈ. ਇਹਦੇ 'ਚ ਨਾ ਕਾਗੂਲੇਸ਼ਨ, ਫਲੋਕੂਲੇਸ਼ਨ, ਪੈਪਟਾਈਜੇਸ਼ਨ ਕਾਫੀ ਕੁਛ ਆਉਣਾ ਗਾ, ਇਸ ਲਈ ਥੋੜ੍ਹਾ ਧਿਆਨ ਨਾਲ ਇਹਨੂੰ ਹਾਈਲਾਈਟ ਕਰਕੇ ਲਿਖਦੇ ਜਾਇਓ. ਪੈਪਟਾਈਜੇਸ਼ਨ ਦੇ ਵਿੱਚ ਨਾਮ ਤੋਂ ਪਤਾ ਚੱਲ ਰਿਹਾ ਪ੍ਰੈਸਪੀਟੇਸ਼ਨ.
ਪ੍ਰੈਸਪੀਟੇਸ਼ਨ ਦੇ ਵਿੱਚ ਕੀ ਹੋਊਗਾ, ਆਪਾਂ ਆਪਣੇ ਜਿਸ ਦੀ ਸੋਲ ਬਣਾਉਣੀ ਹੈ, ਠੀਕ ਹੈ, ਉਹਦੇ ਅਕੋਰਡਿੰਗ ਆਪਾਂ ਜਿਹੜਾ ਚਾਰਜ ਉਹਦੇ 'ਚ ਆਪੋਜ਼ਿਟ ਐਡ ਕਰ ਦਿਆਂਗੇ, ਚਾਰਜ ਜਿਹੜਾ ਆਪੋਜ਼ਿਟ ਐਡ ਕਰ ਦਿਆਂਗੇ ਉਹਦੇ 'ਚ, ਉਹਦੇ ਨਾਲ ਕੀ ਹੋ ਜੂਗੀ, ਆਪੋਜ਼ਿਟ ਚਾਰਜ ਅਟਰੈਕਟ ਈਚ ਅਦਰ ਇਨ ਦਿਸ ਵੇ, ਪ੍ਰੈਸਪੀਟੇਸ਼ਨ ਬਣ ਜਾਣਗੇ। ਪਹਿਲਾਂ ਦੀ ਥਿਊਰੀ ਲਿਖੋ, ਬਾਈਪੈਪਟਾਈਜੇਸ਼ਨ the process of converting a freshly prepared precipitate into colloidal form by the addition of suitable electrolyte is known as peptidation। ठीक है जी, ਇਹਦੇ ਵਿੱਚ causes ਲਿਖੋ, ਪੈਪਟਾਈਜੇਸ਼ਨ ਦੇ causes ਕੀ ਨੇ, ਬੜਾ ਇੰਪੋਰਟੈਂਟ ਹੈ causes of peptidation। ਇਹ 'ਚ ਲਿਖੋ, when an electrolyte is added to a freshly prepared precipitate, the suitable ion from the added electrolyte are absorbed by the particle of the precipitate। As we know, same particle ਜਾਂ same bracket charge repel each other and form colloidal solution। ठीक है, colloidal solution अगर वो opposite हो गई ਤਾਂ ਕੀ ਹੋਊਗਾ, ਅਟਰੈਕਟ ਹੋ ਜਾਣਗੇ, ਅਗਰ ਸੇਮ ਹੋਣਗੇ ਰਿਪੈਲ ਕਰਨਗੇ, ਤਾਂ ਕੋਲਾਈਡਲ ਸੋਲੂਸ਼ਨ ਜਿਹੜਾ ਹੈਗਾ ਆਪਣੇ ਕੋਲੇ ਬਣ ਜਾਊਗਾ। ਇਹਦੇ ਵਿੱਚ ਜਿਵੇਂ ਤੁਸੀਂ ਇੱਕ ਐਗਜ਼ਾਮਪਲ ਤੁਸੀਂ ਲਿਖ ਸਕਦੇ ਹੋ ਇਹਦੀ, ਇਹਦੇ ਵਿੱਚ ਸਿੱਧਾ ਉਸ ਤੋਂ ਬਾਅਦ ਐਗਜ਼ਾਮਪਲ ਲੈਟ AgCl ਹੈ ਨਾ, AgCl ਦੇ ਲੈਟ ਪ੍ਰੈਸਪੀਟੇਟ ਨੇ, PPT ਨੇ ਤੁਹਾਡੇ ਕੋਲੇ, ਇਹਦੇ ਵਿੱਚ Ag ਪੋਜ਼ਿਟਿਵ ਪਾਤਾ, ਕਿਤੋਂ ਵੀ AgNO3 ਤੋਂ ਲੈ ਲਓ, AgBr ਤੋਂ ਲੈ ਲਓ, ਮਤਲਬ ਕੋਈ ਵੀ ਇਲੈਕਟ੍ਰੋਲਾਈਟ ਤੋਂ, ਫਰੋਮ ਇਲੈਕਟ੍ਰੋਲਾਈਟ, ਤਾਂ ਤੁਹਾਡੇ ਕੋਲੇ ਸੋਲ ਕਿਹੜੀ ਬਣ ਜੂਗੀ, AgCl.Ag, ਸੇਮ ਚਾਰਜ ਜਿਹੜਾ ਆ ਜੂਗਾ ਉਹਦੇ ਕੋਲੇ, ਰਿਪੈਲ ਕਰੂਗਾ, ਇਹ ਕੋਲਾਈਡਲ ਸੋਲ ਬਣ ਗਈ ਜੀ ਬਾਏ ਪੈਪਟਾਈਜੇਸ਼ਨ। AgCl PPT ਪਏ ਨੇ, Ag ਪੋਜ਼ਿਟਿਵ ਕਿਸੇ ਵੀ ਸੋਲੂਸ਼ਨ ਤੋਂ ਲੈ ਲਓ, ਕੰਬਾਈਨ ਹੋ ਕੇ ਸੇਮ ਚਾਰਜ ਆ ਗਿਆ ਜੋ ਥਿਊਰੀ ਲਿਖਾਈ ਹੈ, ਤਾਂ ਇਹਦੀ ਐਗਜ਼ਾਮਪਲ ਹੋ ਗਈ, ਤਾਂ ਇਹਦੀ ਸੋਲ ਬਣ ਗਈ ਜੀ। ਤਾਂ ਇਹਦੇ ਨਾਲ ਆਪਾਂ ਲਿਓਫਿਲਿਕ ਅਤੇ ਲਿਓਫੋਬਿਕ ਜਿਹੜੀਆਂ ਕੋਲਾਈਡਲ ਸੋਲੂਸ਼ਨ ਜਾਂ ਸੋਲ ਆਪਾਂ ਪ੍ਰਪੇਅਰ ਕਰ ਲਈਆਂ। ਨੈਕਸਟ ਟੌਪਿਕ ਹੋਊਗਾ ਇਹਨਾਂ ਨੂੰ ਕਿਵੇਂ ਪਿਓਰੀਫਾਈ ਕਰਾਂਗੇ, ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਨੇਗੀਆਂ, ਉਹ ਨੈਕਸਟ ਟੌਪਿਕ 'ਚ ਆਊਗਾ। ਹੋਪ ਕਿ ਅੱਜ ਦਾ ਸਮਝ ਆ ਗਿਆ ਹੋਊਗਾ। ਨੋਟਸ ਇਹਦੇ ਮੈਕਸੀਮਮ ਪ੍ਰੋਪਰ ਹਾਈਲਾਈਟ ਕਰਕੇ ਵਧੀਆ ਤਰੀਕੇ ਨਾਲ ਬਣਾਓ। ਅੱਜ ਲਈ ਇੰਨਾ ਕਾਫੀ ਹੈ। ਆਲ ਦਾ ਬੈਸਟ।